ਯੈਸ ਬੇਟੇ, ਕੱਲ ਦੀ ਕਲਾਸ 'ਚ ਆਪਾਂ ਜਫ਼ਰਨਾਮਾ ਇਕਾਂਗੀ ਸਟਾਰਟ ਕੀਤਾ ਸੀ। ਵੰਨਗੀ ਬੁੱਕ ਦੇ ਵਿੱਚ ਇਕਾਂਗੀ ਭਾਗ ਹੈ। ਇਕਾਂਗੀ ਦਾ ਮਤਲਬ ਹੁੰਦਾ ਹੈ ਨਾਟਕ, ਅਜਿਹਾ ਨਾਟਕ ਜਿਹੜਾ ਕਿ ਇੱਕੋ ਝਾਕੀ ਵਿੱਚ ਰੰਗਮੰਚ ਤੇ ਖੇਡਿਆ ਜਾਂਦਾ ਹੈ। ਇਹ ਜਫ਼ਰਨਾਮਾ ਇਕਾਂਗੀ ਇੱਕ ਇਤਿਹਾਸਿਕ ਨਾਟਕ ਹੈ। ਇਤਿਹਾਸ ਨੂੰ ਦੁਹਰਾਇਆ ਗਿਆ ਹੈ ਇਸ ਇਕਾਂਗੀ ਦੇ ਵਿੱਚ। ਇਤਿਹਾਸ ਦੇ ਹਵਾਲੇ ਦਿੱਤੇ ਗਏ ਹਨ, ਇਤਿਹਾਸਿਕ ਪਾਤਰ ਲਏ ਗਏ ਹਨ। ਇਸ ਇਕਾਂਗੀ ਦਾ ਮੁੱਖ ਪਾਤਰ ਹੈ ਔਰੰਗਜ਼ੇਬ। ਮੈਂ ਤੁਹਾਨੂੰ ਕੱਲ ਦੀ ਕਲਾਸ 'ਚ ਵੀ ਦੱਸਿਆ ਸੀ, ਕੁਝ ਇੱਕ ਬੱਚਿਆਂ ਨੂੰ ਕਲੀਅਰ ਨਹੀਂ ਹੋਇਆ ਕਿ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਬਾਦਸ਼ਾਹ ਹੋਇਆ, ਜਿਸ ਨੇ ਆਪਣੀ ਸਲਤਨਤ ਦੇ ਦੌਰਾਨ, ਆਪਣੇ ਰਾਜ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਬੜੇ ਗੁਨਾਹ ਕੀਤੇ। ਔਰ ਉਹਦੇ ਅਹਿਲਕਾਰ, ਸੂਬੇਦਾਰ, ਜਿਹੜੇ ਫੌਜਦਾਰ ਸੀ, ਉਹ ਵੀ ਉਸ ਤੋਂ ਦੁਖੀ ਹੋ ਗਏ ਸਨ। ਉਹਦਾ ਸੁਭਾਅ ਬੜਾ ਸਖਤ ਰਿਹਾ। ਅਜਿਹਾ ਕਰਕੇ ਜਦੋਂ ਉਹਨੇ ਜ਼ੁਲਮ ਦੀ ਇੰਤਹਾ ਹੋ ਗਈ, ਸਿਖਰ ਹੋ ਗਈ, ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਖੱਤ ਲਿਖਿਆ ਗਿਆ। ਕਿ ਕੀ ਖੱਤ ਲਿਖਿਆ? ਜਫ਼ਰਨਾਮਾ। ਨਾਮਾ ਦਾ ਮਤਲਬ ਹੈ, ਨਾਮਾ ਪਿਛੇਤਰ ਹੈ, ਇੱਕ ਖੱਤ, ਇੱਕ ਲੈਟਰ। ਉਰਦੂ ਫਾਰਸੀ ਦੇ ਵਿੱਚ ਕਹਿੰਦੇ ਨੇ। ਜ਼ਫਰ ਦਾ ਮਤਲਬ ਹੈ ਵਿਕਟਰੀ, ਜਿੱਤ। ਕਿ ਹੁਣ ਔਰੰਗਜ਼ੇਬ ਹਾਰ ਚੁੱਕਾ ਹੈ ਜ਼ਿੰਦਗੀ ਦੀ ਬਾਜੀ, ਤੇ ਉਹਨਾਂ ਨੇ ਆਪਣੇ ਵੱਲੋਂ ਆਪਣੀ ਇੱਕ ਜਿੱਤ ਦੀ ਚਿੱਠੀ ਲਿਖੀ ਹੈ, ਤੇ ਉਹਦੀਆਂ ਗੁਨਾਹਾਂ, ਉਹਦੇ ਮਾੜੇ ਕਾਰਨਾਮਿਆਂ, ਉਹਦੀਆਂ ਗਲਤੀਆਂ ਤੇ ਉਹਨੂੰ ਲਾਹਨਤਾਂ ਪਾਈਆਂ ਨੇ ਕਿ ਜੋ ਤੂੰ ਆਪਣੇ ਰਾਜ ਦੇ ਦੌਰਾਨ ਕੀਤਾ ਹੈ ਨਾ, ਬਹੁਤ ਹੀ ਗਲਤ ਕੀਤਾ ਹੈ, ਤੇ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਦਾ ਨੁਕਸਾਨ ਕੀਤਾ। ਤੇਗ ਬਹਾਦਰ ਜੀ ਦੇ ਸੀਸ ਨੂੰ ਕਤਲ ਕਰਵਾਉਣ ਲਈ ਵੀ ਇਹ ਜ਼ਿੰਮੇਵਾਰ। ਔਰ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾਏ। ਭਾਵੇਂ ਜਿਹੜਾ ਨਵਾਬ ਸਰਹੰਦ ਦਾ ਸੀ, ਵਜ਼ੀਰ ਖਾਂ, ਉਹਨੇ ਇਹਨੂੰ ਵਰਤਿਆ, ਇਹਨੂੰ ਮੋਹਰਾ ਬਣਾਇਆ, ਇਹਦੀਆਂ ਝੂਠੀਆਂ ਕਸਮਾਂ ਖਾ ਕੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1706 ਦਾ ਸਮਾਂ ਹੈ, 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾਇਆ, ਆਪਾਂ ਆਲਰੇਡੀ ਕੱਲ ਦੀ ਕਲਾਸ 'ਚ ਡਿਸਕਸ ਕਰ ਚੁੱਕੇ ਹਾਂ। ਤੇ 1706 ਦਾ ਸਮਾਂ ਹੈ ਜਦੋਂ ਔਰੰਗਜ਼ੇਬ ਦੇ ਕੋਲ ਇੱਕ ਜਫ਼ਰਨਾਮਾ ਲਿਖਿਆ ਆਉਂਦਾ ਹੈ। ਕਿਹਦੇ ਰਾਹੀਂ? ਭਾਈ ਦਇਆ ਸਿੰਘ ਜੀ ਰਾਹੀਂ। ਤਾਂ ਇਸ ਦੀ ਆਤਮਾ ਕੰਬ ਉੱਠਦੀ ਹੈ, ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਇਸ ਦਾ ਜ਼ਮੀਰ ਹਲੂਣਿਆ ਜਾਂਦਾ ਹੈ। ਪਰ ਹੁਣ ਇਹ ਬੁੱਢਾ ਹੋ ਚੁੱਕਾ ਹੈ ਔਰੰਗਜ਼ੇਬ, ਕੁਝ ਨਹੀਂ ਹੋ ਸਕਦਾ ਜੇ ਪਾਪਾਂ ਦੇ ਭਾਰ ਨੂੰ ਲੈ ਕੇ ਇਸ ਦੁਨੀਆ ਤੋਂ ਵਿਦਾ ਹੁੰਦਾ ਹੈ। ਹੁਣ ਆਪਾਂ ਇਕਾਂਗੀ ਦੇ ਵਿੱਚ ਪੇਜ ਵਾਈਜ਼ ਤੁਹਾਨੂੰ ਮੈਂ ਸਮਝਾਉਂਦੀ ਹਾਂ, ਫਿਰ ਆਪਾਂ ਕੁਐਸਚਨ ਆਨਸਰ ਕਰਾਂਗੇ। ਇਕਾਂਗੀ ਦੇ ਸ਼ੁਰੂ ਦੇ ਵਿੱਚ ਹੀ ਕਿਹੜੇ ਕਿਹੜੇ ਪਾਤਰ ਲਏ ਗਏ ਨੇ? ਆਪਾਂ ਪਹਿਲਾਂ ਪਾਤਰ ਕੱਲ ਆਪਾਂ ਆਲਰੇਡੀ ਡਿਸਕਸ ਕਰ ਲਏ ਹੈ ਕਿ ਔਰੰਗਜ਼ੇਬ ਮੁੱਖ ਪਾਤਰ ਹੈ। ਉਸ ਦੀ ਪਤਨੀ ਹੈ ਬੇਗਮ ਉਦੈਪੁਰੀ, ਜੋ ਕਿ ਇਟਾਲੀਅਨ ਹੈ, ਇਤਾਲਵੀ ਕਿਹਾ ਗਿਆ ਹੈ। ਔਰ ਬੇਟੀ ਹੈ ਜ਼ਿੰਨਤ ਉन्नीसा। ਇੱਕ ਹੈ ਉਸਦਾ ਭਰੋਸੇਯੋਗ ਆਹਲਾ ਅਹਿਲਕਾਰ, ਕੌਣ? ਅਸਤ ਖਾਨ, ਜਿਸ ਦੇ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਤੇ ਉਹਨੂੰ ਦਿਲ ਦਾ ਦੋਸਤ ਮੰਨਦਾ ਹੈ, ਜਿਗਰੀ ਦੋਸਤ। ਔਰ ਇੱਕ ਸ਼ਾਹੀ ਹਕੀਮ ਹੈ ਜੋ ਕਿ ਸਿਹਤਯਾਬੀ ਦੇ ਲਈ, ਤੰਦਰੁਸਤੀ ਦੇ ਲਈ, ਔਰੰਗਜ਼ੇਬ ਦੀ ਤੰਦਰੁਸਤੀ ਦੇ ਲਈ ਬੇਗਮ ਉਦੈਪੁਰੀ ਵੱਲੋਂ ਸ਼ਾਹੀ ਮਹਿਲਾਂ ਵਿੱਚ ਉਸਨੂੰ ਬੁਲਾਇਆ ਜਾਂਦਾ ਹੈ। ਹੁਣ ਇਕਾਂਗੀ ਦੇ ਸ਼ੁਰੂ ਵਿੱਚ ਹੀ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਆਪਣੀ ਆਤਮ ਸੰਵਾਦ ਨਾਲ ਇਹ ਇਕਾਂਗੀ ਸ਼ੁਰੂ ਹੁੰਦਾ ਹੈ। ਜਦੋਂ ਆਪਣੇ ਕਮਰੇ ਵਿੱਚ ਹੈ, ਨਿੱਜੀ ਕਮਰੇ ਦੇ ਵਿੱਚ, ਤਾਂ ਉਹਨੂੰ ਇੱਕ ਆਵਾਜ਼ ਆਉਂਦੀ ਹੈ। ਆਵਾਜ਼ ਉਦੋਂ ਆਉਂਦੀ ਹੈ ਜਦੋਂ ਭਾਈ ਦਇਆ ਸਿੰਘ ਜੀ ਨਾ ਜਫ਼ਰਨਾਮਾ ਲੈ ਕੇ ਆਉਂਦੇ ਨੇ, ਤਾਂ ਉਹ ਇੱਕ ਭਿਆਨਕ ਸੁਪਨਾ ਫਿਰ ਦੇਖਦਾ ਹੈ। ਕੀ ਆਵਾਜ਼ ਆਉਂਦੀ ਹੈ? ਆਵਾਜ਼ਾਂ ਸੁਣਾਈ ਦਿੰਦੀਆਂ ਨੇ ਕਿ ਇੱਕ ਜ਼ਿੰਦਗੀ ਰੰਗ ਤਮਾਸ਼ਾ ਸੀ ਤੇ ਤੂੰ ਜ਼ਿੰਦਗੀ ਨੂੰ ਮਾਣ ਹੀ ਨਹੀਂ ਸਕਿਆ, ਤੂੰ ਇੰਨਾ ਗੁੱਸੇ ਵਾਲਾ ਰਿਹਾ, ਸਖਤ ਰਿਹਾ, ਤੂੰ ਜ਼ਿੰਦਗੀ ਨੂੰ ਕਦੇ ਮਾਨਿਆ ਹੀ ਨਹੀਂ, ਤੇਰਾ ਸੁਭਾਅ ਬਹੁਤ ਸਖਤ ਰਿਹਾ, ਤੇਰੇ ਸੁਭਾਅ ਤੋਂ ਫੌਜਦਾਰ, ਅਹਿਲਦਾਰ, ਸੂਬੇਦਾਰ, ਧਾਰਮਿਕ ਆਗੂ ਸਭ ਦੁਖੀ ਹਨ, ਤੇ ਉਹ ਹੁਣ ਤੇਰਾ ਮਜ਼ਾਕ ਬਣਾ ਰਹੇ ਨੇ। ਆਪਾਂ ਕੱਲ ਦੀ ਕਲਾਸ 'ਚ ਪੜ੍ਹਿਆ ਸੀ, ਉਹ ਮਜ਼ਾਕ ਬਣਾ ਰਹੇ ਨੇ, ਉਹ ਰੰਗ ਤਮਾਸ਼ਿਆਂ ਵਿੱਚ ਗਲਤਾਨ ਨੇ ਤੇ ਤੇਰੀ ਖਿੱਲੀ ਉਡਾ ਰਹੇ ਨੇ। ਫਿਰ ਆਵਾਜ਼ ਆਉਂਦੀ ਹੈ ਕਿ ਤੂੰ 50 ਸਾਲ ਤੱਕ ਪ੍ਰਜਾ ਦਾ ਚੈਨ ਖੋਇਆ। 50 ਸਾਲ ਤੱਕ, ਇੱਥੋਂ ਆਪਾਂ ਰੀਡਿੰਗ ਕਰਨੀ ਹੈ, 50 ਸਾਲ ਤੱਕ ਤੂੰ ਪ੍ਰਜਾ ਦਾ ਚੈਨ ਖੋਇਆ। ਔਰ ਜਦੋਂ ਅਜਿਹੀਆਂ ਚੀਕਾਂ ਪੁਕਾਰਾਂ ਕਰਕੇ ਉਹ ਮਾਨਸਿਕ ਤੌਰ ਤੇ ਡਿੱਗਣ ਲੱਗਦਾ ਹੈ, ਤਾਂ ਕਿਹਦੀ ਐਂਟਰੀ ਹੁੰਦੀ ਹੈ?
जिन्नत उन निसा उसकी बेटी दी, जो कि इसनों आके संभाल लैंदी है, इनू संभालती है। फिर उन्होंने लगता कि मैं तो इंजियां चिक्कां पुकारां दे डरावने सुपनियां दे करके आवाज़ां दे करके मैं तो नमाज दा वक्त ही गुजा दिता। तो उसकी बेटी जिन्नत उसनू मस्जिद वाल लैके जाती है नमाज पढ़न दे लई। नमाज दा वक्त हो गया, सवेर दी नमाज दा। मस्जिद चले जाते ने तो इसे दौरान जिहड़ी बेगम उदयपुरी है वह भी चिंतित है। उसकी तीसरी पत्नी है औरंगजेब की, पर पति की बहुत सेवा करती है, दिलों प्यार करती है। हाँ, औरंगजेब भी पत्नी बेगम उदयपुरी नू बहुत ਉਹਦਾ ख्याल रखता है, उसके बच्चों का ख्याल रखता है। उसके बच्चे दो ने, कामबख्श ते बेटी जीनत उन निसा। हुण इसे दौरान जदों जीनत उन निसा ते औरंगजेब मस्जिद वाल जाते हैं तो पिछों शाही महलों के अंदर बेगम उदयपुरी के कहण ते शाही हकीम की एंट्री होंदी है। शाही हकीम जी आते ने ते नाल ही कौन आंदा है? आहला एहलकार। कौन? अस्त खान। नोट कर लो, अस्त खान। हुण बेगम उन्होंने औरंगजेब की शहनशाह की मानसिक परेशानी बारे दसती है। तो शाही हकीम भी आके देखता है, अस्त खान भी देखता है कि सारिया चीज़ां खिलरियां पईयां ने, जिहड़ी पूजा पाठ वाली माला है वह भी डिग्गी पई है। ये तो वाकई चिंता का विषय बन गया है कि कोई जिहड़ी गल दी ये बेपरवाही नहीं वरतनी चाहिए। शहनशाह साडे दुनिया नू चलाउण वाले प्रजा दे हितां दा जिहड़ा प्रजा दे हितां नू ध्यान विच रखण वाले, कहंदे कई गल्लां विच औरंगजेब बहुत अच्छा भी रहा। ते अज उसते एडा भारी वक्त आ गया कि उसनू बेचैनी है, मानसिक तौर ते परेशान है। ये गल कहंदा बड़ी फिक्र वाली है। जदों हकीम नू दसदी कि कई महीनों तो इस तरह ही चल रहे ने, बड़ी गमगीन उदास, तो हकीम समझदा कि उसके दिमाग नू कोई सदमा पहुंचे। हुण जिहड़ा औरंगजेब आ वो जफरनामा पढ़ चुका है। हुण किसी नू नहीं पता, सारे इस गल तो बेखबर हैं। इत्थों तक कि जीनत उन निसा भी बेखबर है, जिहड़ी कि हमेशा अपने पिता दा ख्याल रखती है, किसी नू कोई गल दसदी नहीं है, अपने अंदर ही ये बोझ रखा होया। कहंदा अस्त खान इस दे दौरान कहंदा नहीं, मुल्क विच ना काल पै गया, जिवें अनाज दा काल पै जांदा, कोई महामारी आ जाए, हैजे दी बीमारी फैल गई है, ਉਹਦੇ ਨਾਲ कई मौतां हो गई ने, शायद औरंगजेब ਉਹਦੇ करके भी परेशान होए। अजे वो गल्लां ही कर रहे हुंदे हन कि कौन आ जाता है? औरंगजेब। किदे नाल? जीनत उन निसा नाल। जीनत उन निसा नाल कित्थों आए ने वापस? नवाज करके, नमाज पढ़ के, कित्थे? मस्जिद तो। जदों औरंगजेब आंदा है ना तो वो देखदा है कि सारे गल्लां बातां कर रहे ने, उन्होंने फिर भी विश्वास नहीं ना, वो फिर गुस्से च आ जाता, कहता की साजिशां रचियां जा रही ने मेरे बारे। फिर बेगम कहती कोई साजिश नहीं है, तुहाडी सेहत लई असीं सारे गलबात कर रहे हैं कि हकीम जी कहते हैं कि असीं अजिही दवाई बनावांगे कि जिस तो बाद तुसीं बड़े बिल्कुल परेशान हो जाओगे। हुण वो कहंदा मैनूं कल्ला छड्ड दित्ता जावे। वो जीनत उन निसा नूं भी भेज दिंदा है, अपनी पत्नी बेगमपुरी नूं कहंदा तुसीं जाके आराम करो, तुसीं, मैं समझदा हां कि तुसीं सारे ही मेरे लई बहुत ही फिक्रमंद हो। उन्हां दी जान तो बाद औरंगजेब फिर इकल्ला ही अपने आप विच परेशान होया अस्त खान नूं दसदा है। सिर्फ एक अस्त खान जिहड़ा कि आला आहलकार ही नहीं उसका, सगों उसका जिगरी दोस्त भी है। किसी ते विश्वास नहीं करता, बस इहदे ते विश्वास करता है। कहना मैं अज अपनी गल सारी दिल दी ना इनू दसनी है, जिहड़ी गल करके मैं परेशान हाँ, जिहदे करके मेरी रूह कंबी हुई है, मेरा जमीर हलूनिया गया। कहता उस तरह कदे भी उन्हें पहले जिंदगी च कदे परेशान नहीं होया। फिर हुण वो दसदा है, की दसदा है? अस्त खान नूं की दसदा है? इत्थों एक आंगी दूसरा मोड़ लैंदा है कि पंजाब तो भाई दया सिंह जी गुरु दा, उच्च पीर दा पैगाम लैके आए हन। जफरनामा लिखिया गया है एक गुरु जी वालों, मैनू जफरनामा दिता गया है जिस विच सिखां दे गुरु ने उस औरंगजेब वालों किते गए जुल्मां ते लानतां पाईयां ने, किते गए माड़े कारनामिਆਂ ते बेझिझक होके
ਲਾਹਨਤਾਂ ਪਾਈਆਂ ਹਨ, ਫਿਟਕਾਰਿਆ ਹੈ। ਲਾਹਨਤਾਂ ਦਾ ਮਤਲਬ ਹੈ ਫਿਟਕਾਰਿਆ, ਦੁਤਕਾਰਿਆ ਹੈ ਕਿ ਤੂੰ ਜੋ ਕੰਮ ਕੀਤਾ ਹੈ ਬਹੁਤ ਹੀ ਮਾੜਾ ਕੀਤਾ ਹੈ, ਇਸ ਦਾ ਹਰਜਾਨਾ ਤੈਨੂੰ ਭੁਗਤਣਾ ਪੈਣਾ ਹੈ। ਇਹ ਸਭ ਗੱਲਾਂ ਜ਼ਫਰਨਾਮੇ ਵਿੱਚ ਪੜ੍ਹ ਕੇ ਉਸ ਦੀ ਜ਼ਮੀਰ ਕੰਬ ਉੱਠੀ ਹੈ, ਕਿਉਂਕਿ ਉਹ ਪੜ੍ਹ ਚੁੱਕਾ ਹੈ ਨਾ, ਆਪਣਾ ਇਕੱਲਾ ਹੀ ਰੂਮ ਵਿੱਚ ਬੈਠ ਕੇ ਇਕੱਲਾ ਹੀ ਪੜ੍ਹ ਚੁੱਕਾ ਹੈ। ਤਾਂ ਹੀ ਤਾਂ ਉਸਨੂੰ ਆਵਾਜ਼ ਨੇ, ਫਿਰ ਉਸਦੀ ਆਵਾਜ਼ ਜਿਹੜੀ ਆਤਮਾ ਦੀ ਆਵਾਜ਼ ਉਹਨੂੰ ਝੰਜੋੜਦੀ ਹੈ ਨਾ, ਜਦੋਂ ਜ਼ਫਰਨਾਮਾ ਪੜ੍ਹ ਲਿਆ ਤਾਂ ਹੀ ਤਾਂ ਕੰਬ ਉੱਠਿਆ ਹੈ। ਇਸ ਜ਼ਫਰਨਾਮੇ ਨੂੰ ਪੜ੍ਹ ਕੇ ਮੇਰੇ ਤੇ ਇੰਨਾ ਅਸਰ ਹੋਇਆ ਕਿ ਮੇਰੀ ਰਾਤ ਦੀ ਚੈਨ ਗਵਾਚ ਗਈ ਹੈ। ਮੈਂ ਕਈ ਦਿਨ ਬੇਚੈਨੀ ਨਾਲ ਸੁੱਤਾ ਨਹੀਂ ਹਾਂ, ਤੇ ਜਦੋਂ ਸਵੇਰ ਦੀ ਅੱਖ ਲੱਗੀ ਹੈ ਤਾਂ ਇੱਕ ਭਿਆਨਕ ਸੁਪਨਾ ਦੇਖਿਆ। ਭਿਆਨਕ ਸੁਪਨਾ ਮੀਨਸ ਆਵਾਜ਼ਾਂ ਆਈਆਂ ਨੇ, ਜਿਨ੍ਹਾਂ ਆਵਾਜ਼ਾਂ ਨੇ ਮੈਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਮੈਨੂੰ ਮਾਨਸਿਕ ਤੌਰ ਤੇ ਬਹੁਤ ਵੱਡੀ ਸੱਟ ਵੱਜੀ ਹੈ, ਬਹੁਤ ਵੱਡੀ ਗਹਿਰੀ ਸੱਟ ਵੱਜੀ ਹੈ। ਉਸਨੇ ਦੱਸਿਆ ਕਿ ਗੁਰੂ ਜੀ ਦੇ ਜ਼ਫਰਨਾਮੇ ਨੇ ਉਸਦੇ ਇਨਸਾਨੀ ਜਜ਼ਬੇ ਨੂੰ, ਉਸਦੀ ਅੰਦਰਲੀ ਮਾਨਵਤਾ ਨੂੰ, ਉਸਦੀ ਮਨੁੱਖਤਾ ਨੂੰ ਹਲੂਣ ਕੇ ਰੱਖ ਦਿੱਤਾ ਹੈ। ਉਸਨੇ ਇਹ ਵੀ ਦੱਸਿਆ, ਕਿਹਨੂੰ ਦੱਸ ਰਿਹਾ ਬੇਟੇ? ਅਸਤ ਖਾਨ ਨੂੰ। ਅਸਤ ਖਾਨ ਕੌਣ ਹੈ? ਆਲਾ ਅਹਿਲਕਾਰ ਹੈ, ਜਿਸ ਤੇ ਉਹਨੂੰ ਵਿਸ਼ਵਾਸ ਹੈ। ਕਿਉਂਕਿ ਹੁਣ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਹੁਣ ਉਹਨੇ ਥੋੜਾ ਜਿਹਾ ਤਾਂ ਆਪਣੇ ਮਨ ਦਾ ਬੋਝ ਹਲਕਾ ਕਰਨਾ ਹੈ ਨਾ। ਜ਼ੀਨਤ ਬੇਟੀ ਤੇ ਵੀ ਵਿਸ਼ਵਾਸ ਨਹੀਂ ਰੱਖਦਾ, ਜਦਕਿ ਉਹ ਉਸਨੂੰ ਬਹੁਤ ਪਿਆਰੀ ਹੈ। ਆਪਣੀ ਬੇਗਮ ਉਦੈਪੁਰੀ ਨੂੰ ਵੀ ਨਹੀਂ ਦੱਸਦਾ, ਕਿਸੇ ਨੂੰ ਨਹੀਂ ਦੱਸਦਾ। ਤੇ ਪਰ ਹੁਣ ਅਸਤ ਖਾਨ ਜਦੋਂ ਆ ਗਿਆ ਤਾਂ ਉਹਨੂੰ ਦੱਸਣਾ ਚਾਹੁੰਦਾ। ਕਹਿੰਦਾ ਇਹ ਵੀ ਵਿੱਚ ਲਿਖਿਆ ਹੈ ਕਿ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਉਸ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਧੋਖਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤੇ ਉਸਦੇ ਪਰਿਵਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਧੋਖੇ ਨਾਲ ਅਨੰਦਪੁਰ ਦਾ ਕਿਲਾ ਛੱਡਣ ਤੇ ਮਜਬੂਰ ਕਰ ਦਿੱਤਾ। ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ ਗਏ ਚਮਕੌਰ ਦੀ ਗੜੀ ਵਿੱਚ। ਇਸ ਤੋਂ ਵੀ ਵੱਧ ਉਸ ਸਮੇਂ ਔਰੰਗਜ਼ੇਬ ਦੱਸਦਾ ਹੈ ਕਿ ਵਜ਼ੀਰ ਖਾਨ ਨੇ ਅਜਿਹਾ ਵੱਡਾ ਧੋਖਾ ਕੀਤਾ ਕਿ ਛੋਟੀਆਂ ਛੋਟੀਆਂ ਜਿੰਦਾਂ, 7 ਤੇ 9 ਸਾਲ ਦੀਆਂ ਜਿੰਦਾਂ ਨੀਹਾਂ ਵਿੱਚ ਚਿਣਵਾ ਦਿੱਤੀਆਂ ਗਈਆਂ। ਇਹ ਜਦੋਂ ਸਾਰਾ ਕੁਝ ਔਰੰਗਜ਼ੇਬ ਨੇ ਨਾ ਜ਼ਫਰਨਾਮੇ ਵਿੱਚ ਪੜ੍ਹਿਆ ਤੇ ਉਸਦੀ ਰੂਹ ਕੰਬ ਉੱਠੀ ਕਿ ਇਹ ਤਾਂ ਬਹੁਤ ਵੱਡਾ ਗੁਨਾਹ ਹੋਇਆ, ਇਹ ਤਾਂ ਜੁਰਮ ਦੀ ਸਿਖਰ ਹੋਈ ਹੈ। ਇਹ ਵਜ਼ੀਰ ਖਾਨ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ। ਇਹ ਸਭ ਸੁਣਨ ਤੋਂ ਬਾਅਦ ਅਸਤ ਖਾਨ ਕਹਿੰਦਾ ਹੁਣ ਨੇਕ ਸਲਾਹ ਦੇਣੀ ਚਾਹੁੰਦਾ ਨਾ, ਕਿਉਂਕਿ ਉਹਨੇ ਉਹਦੇ ਨਾਲ ਇਸ ਕਰਕੇ ਗੱਲ ਸਾਂਝੀ ਕੀਤੀ ਹੈ ਕਿ ਮੈਨੂੰ ਨੇਕ ਸਲਾਹ ਦੇਗਾ ਤਾਂ ਜੋ ਮੇਰਾ ਬੋਝ ਹੌਲਾ ਹੋ ਜਾਏਗਾ। ਅਸਤ ਖਾਨ ਕਹਿੰਦਾ ਕਿ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਤੁਸੀਂ ਗੁਰੂ ਜੀ ਨੂੰ ਨਾ ਭਰੋਸੇ ਨਾਲ ਆਪਣੇ ਕੋਲ ਬੁਲਾਓ, ਉਹਨਾਂ ਨਾਲ ਆਪਾਂ ਨਾ ਸੁਲ੍ਹਾ ਸਫਾਈ ਕਰ ਲੈਂਦੇ ਹਾਂ, ਵੀ ਮਾਫੀ ਮੰਗ ਲੈਂਦੇ ਹਾਂ ਤੇ ਸੁਲ੍ਹਾ ਸਫਾਈ ਕਰ ਲੈਂਦੇ ਹਾਂ। ਇਸ ਗੱਲ ਨੂੰ ਔਰੰਗਜ਼ੇਬ ਮੰਨ ਲੈਂਦਾ ਤੇ ਕੀ ਮੀਰ ਮੁਨਸ਼ੀ ਤੇ ਦਿਆ ਸਿੰਘ ਨੂੰ ਆਪਣੇ ਦਰਬਾਰੇ ਖਾਸ ਵਿੱਚ ਹਾਜ਼ਰ ਹੋਣ ਲਈ ਕਹਿੰਦਾ, ਕਿਉਂਕਿ ਦਿਆ ਸਿੰਘ ਤਾਂ ਆਲਰੇਡੀ ਉੱਥੇ ਪਹੁੰਚੇ ਹੋਏ ਨੇ ਉਹਦੇ ਸ਼ਾਹੀ ਮਹਿਲਾਂ ਵਿੱਚ। ਫਿਰ ਉਹਨਾਂ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਹੋਣ ਲਈ ਕਹਿੰਦਾ। ਮੀਰ ਮੁਨਸ਼ੀ ਨੂੰ ਵੀ, ਮੁਨਸ਼ੀ ਹੁੰਦੇ ਨੇ ਜਿਹੜੇ ਕਿ ਸ਼ਾਹੀ ਮਹਿਲਾਂ ਦੇ ਖਜ਼ਾਨਚੀ ਹੁੰਦੇ ਨੇ। ਨੈਕਸਟ ਇਹ ਹੁਕਮ ਸੁਣ ਕੇ ਅਸਤ ਖਾਨ ਚਲੇ ਜਾਂਦਾ ਹੈ। ਇਸ ਪਿੱਛੋਂ ਔਰੰਗਜ਼ੇਬ ਫਿਰ ਉੱਚੀ ਉੱਚੀ ਆਵਾਜ਼ ਵਿੱਚ, ਉਹਨੂੰ ਤਸੱਲੀ ਨਹੀਂ ਹੁੰਦੀ, ਫਿਰ ਜ਼ਫਰਨਾਮਾ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਇੰਨਾ ਬੇਚੈਨੀ ਹੈ, ਫਿਰ ਦੁਬਾਰਾ ਪੜ੍ਹਦਾ ਹੈ। ਪਰ ਜਦੋਂ ਉਹ ਪੜ੍ਹਦਾ ਹੈ ਨਾ ਤਾਂ ਜ਼ੀਨਤ ਹੈ ਜਿਹੜੀ ਫਿਰ ਆਉਂਦੀ ਹੈ। ਜ਼ੀਨਤ ਨਿਸਾ ਆਵਾਜ਼ਾਂ ਸੁਣ ਕੇ ਜ਼ਫਰਨਾਮਾ ਪੜ੍ਹਨਾ ਬੰਦ ਕਰ ਦਿੰਦਾ, ਕਿਉਂਕਿ ਉਹ ਦੱਸਣਾ ਨਹੀਂ ਚਾਹੁੰਦਾ। ਕਿਸ ਨੂੰ? ਆਪਣੀ ਬੇਟੀ ਜ਼ੀਨਤ ਨਿਸਾ ਨੂੰ। ਜ਼ੀਨਤ ਇਹ ਸਭ ਕੁਝ ਜਾਣ ਕੇ ਨਾ ਬਹੁਤ ਦੁਖੀ ਹੁੰਦੀ ਹੈ, ਗੁੱਸੇ ਵਿੱਚ ਵੀ ਆ ਜਾਂਦੀ ਹੈ। ਆਪਣੇ ਪਿਤਾ ਜੀ ਨੂੰ, ਜਿਹਨੂੰ ਉਹਨੇ ਆਪਣੇ ਦਿਲੋਂ ਇੰਨਾ ਪਿਆਰ ਕੀਤਾ, ਕਈ ਸਾਲਾਂ ਤੋਂ ਮਨੋ ਉਸਦੀ ਖਿਦਮਤ ਕਰ ਰਹੀ ਹੈ, ਮਨੋ ਆਪਣੇ ਪਿਤਾ ਦੀ, ਔਰ ਵਿਆਹ ਵੀ ਨਾ ਕਰਵਾਇਆ। 30 ਸਾਲ ਦੇ ਕਰੀਬ ਹੋ ਗਈ ਹੈ, ਵਿਆਹ ਵੀ ਨਹੀਂ ਹੋਇਆ। ਪਿਤਾ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ ਤੇ ਪਿਤਾ ਉਸ ਤੇ ਯਕੀਨ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਜ਼ਫਰਨਾਮਾ ਪੜ੍ਹਨਾ ਬੰਦ ਕਰ ਦਿੱਤਾ। ਔਰੰਗਜ਼ੇਬ ਪਹਿਲਾਂ ਤਾਂ ਉਸਨੂੰ ਟਾਲਦਾ ਹੈ, ਪਰ ਪਿੱਛੋਂ ਕਹਿੰਦਾ ਕਿ ਉਹ ਉਸਨੂੰ ਸੱਚਾਈ ਦੱਸਣੀ ਤਾਂ ਚਾਹੁੰਦਾ ਪਰ ਦੱਸ ਨਹੀਂ ਸਕਦਾ। ਕਿਉਂ ਨਹੀਂ ਦੱਸ ਸਕਦਾ? ਜ਼ੀਨਤ ਨਿਸਾ ਨੂੰ ਦੱਸਿਆ ਕਿਉਂਕਿ ਜਦੋਂ ਉਹ ਮਜਬੂਰ ਕਰਦੀ ਹੈ ਕਿ ਪਿਤਾ ਜੀ ਕੀ ਗੱਲ ਕੀ ਹੈ, ਤੁਸੀਂ ਮੇਰੇ ਤੇ ਯਕੀਨ ਕਿਉਂ ਨਹੀਂ ਕਰਦੇ, ਤਾਂ ਉਹ ਕਹਿੰਦਾ ਮੈਂ ਦੱਸਣਾ ਤਾਂ ਚਾਹੁੰਦਾ ਪਰ ਮੈਨੂੰ ਲੱਗਦਾ, ਮੈਨੂੰ ਇਸ ਗੱਲ ਦਾ ਡਰ ਹੈ ਕਿ ਤੇਰੀਆਂ ਨਜ਼ਰਾਂ ਦੇ ਵਿੱਚ ਮੈਂ ਗਿਰ ਜਾਣਾ, ਤੇਰੀਆਂ ਨਜ਼ਰਾਂ ਦੇ ਵਿੱਚ, ਤੇਰੀ ਸੋਚ ਦੇ ਵਿੱਚ ਮੈਨੂੰ ਆਪਣੇ ਘਟੀਆਪਨ ਦਾ ਅਹਿਸਾਸ ਹੋਣਾ ਕਿ ਤੂੰ ਮੈਨੂੰ ਅੱਜ ਤੋਂ ਘਟੀਆ ਭੈੜਾ ਇਨਸਾਨ ਸਮਝਣ ਲੱਗ ਜਾਏਗੀ। ਫਿਰ ਉਹ ਔਰੰਗਜ਼ੇਬ ਉਸਨੂੰ ਜਦੋਂ ਕਹਿੰਦੀ ਨਹੀਂ ਨਹੀਂ ਪਿਤਾ ਜੀ ਅਜਿਹੀ ਕਿਹੜੀ ਗੱਲ ਹੈ, ਤੁਸੀਂ ਸ਼ਹਿਨਸ਼ਾਹ ਹੋ, ਬਾਦਸ਼ਾਹ ਹੋ, ਤੁਸੀਂ ਕਈ ਗੱਲਾਂ 'ਚ ਬਹੁਤ ਵਧੀਆ ਹੋਏ ਹੋ। ਹਾਂ ਜਾਣੇ ਅਣਜਾਣੇ 'ਚ ਗਲਤੀਆਂ ਹੋ ਜਾਂਦੀਆਂ ਨੇ, ਤੁਸੀਂ ਘਬਰਾਓ ਨਾ, ਤੁਸੀਂ ਮੈਨੂੰ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ ਸਾਰੀ ਗੱਲ
दसो, साफ साफ दसो कि गल की बनी। फिर औरंगजेब ਉਹਨੂੰ ਜ਼ਫ਼ਰਨਾਮੇ ਬਾਰੇ ਦੱਸਦਾ ਹੈ, ਕਹਿੰਦਾ ਹੈ ਕਿ ਗੁਰੂ ਜੀ ਦੇ ਪਹਿਲੇ ਖੱਤ ਬਾਰੇ ਉਸਨੇ ਉਸ ਪਾਸੋਂ ਇਸ ਕਰਕੇ ਲੁਕਾ ਕੇ ਰੱਖਿਆ ਕਿ ਉਸਦਾ ਭਰਾ ਮੁਅੱਜ਼ਮ ਹਮੇਸ਼ਾ ਗੁਰੂ ਜੀ ਦੇ ਹੱਕ ਵਿੱਚ ਬੋਲਦਾ ਰਿਹਾ। ਕਹਿੰਦਾ ਮੈਂ ਪਹਿਲਾਂ ਵੀ ਖੱਤ ਆਏ ਮੈਂ ਲੁਕਾ ਕੇ ਰੱਖਿਆ। ਫਿਰ ਉਹ ਜੀਨਤ ਨੂੰ ਜ਼ਫ਼ਰਨਾਮੇ ਦੇ ਮਜ਼ਮੂਨ ਬਾਰੇ ਦੱਸਦਾ ਹੈ, ਜਿਹੜਾ ਹੁਣ ਵਿਸ਼ਾ ਆਇਆ ਕਿ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ, ਦੋ ਛੋਟੇ ਸਾਹਿਬਜ਼ਾਦੇ, ਵਜ਼ੀਰ ਖਾਂ ਨੇ ਮੇਰੀਆਂ ਝੂਠੀਆਂ ਕਸਮਾਂ ਖਾ ਕੇ, ਝੂਠੀਆਂ ਨੀਤੀਆਂ ਬਣਾ ਕੇ ਗੁਰੂ ਜੀ ਦੇ ਪਰਿਵਾਰ ਨੂੰ ਅਜਿਹਾ ਨੁਕਸਾਨ ਪਹੁੰਚਾਇਆ। ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਛੋਟਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਪਹਿਲਾਂ ਇਹ ਵੀ ਲਿਖਿਆ ਕਿ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਵੀ ਮੈਂ ਜ਼ਿੰਮੇਵਾਰ ਹਾਂ। ਇਸ ਕਰਕੇ ਇਹ ਸਾਰਾ ਕੁਝ ਜਦੋਂ ਸੁਣਦੀ ਹੈ ਨਾ ਜ਼ਿੰਨਤ, ਤਾਂ ਰੋਣ ਲੱਗ ਜਾਂਦੀ ਹੈ, ਕਿਉਂਕਿ ਉਹ ਵੀ ਗੁਰੂ ਜੀ ਦੀ ਉਪਾਸ਼ਕ ਹੈ। ਕਿਉਂਕਿ ਉਹ ਸਮਝਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਹੋਏ ਨੇ ਤੇ ਉਹਨਾਂ ਨੇ ਕਦੀ ਕੋਈ ਗਲਤ ਕੰਮ ਨਹੀਂ ਕੀਤਾ। ਤਾਂ ਔਰੰਗਜ਼ੇਬ ਨੂੰ ਉਸਦੇ ਪੁੱਤਰ ਅਕਬਰ ਤੇ ਬੇਟੀ ਜ਼ੇਬ ਨਿਸਾ ਦੇ ਮਰਨ ਦੇ ਹੋਏ ਦੁੱਖ ਨੂੰ ਵੀ ਚਿਤਾਰਦੀ ਹੋਈ ਉਹਨਾਂ ਨੂੰ ਲਾਹਨਤਾਂ ਪਾਉਂਦੀ ਹੈ। ਇਸ ਤੇ ਉਹ ਕਹਿੰਦੀ ਹੈ ਕਿ ਤੁਸੀਂ ਵਾਕਈ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ। ਆਪਾਂ ਪਹਿਲਾਂ ਵੀ ਕੱਲ ਦੀ ਕਲਾਸ 'ਚ ਪੜ੍ਹਿਆ ਸੀ ਕਿ ਉਸਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਵੀ ਨਹੀਂ ਸੀ ਬਖਸ਼ਿਆ, ਉਸਦੀ ਮੌਤ ਦੀ ਵੀ ਇੰਤਜ਼ਾਰ ਨਹੀਂ ਸੀ ਕੀਤੀ, ਆਪਣੇ ਭਰਾਵਾਂ ਦਾ ਵੀ ਕਤਲ ਕਰਵਾਇਆ ਸੀ ਸਿਰਫ ਇੱਕ ਗੱਦੀ ਪ੍ਰਾਪਤ ਕਰਨ ਲਈ, ਤਖਤ ਪ੍ਰਾਪਤ ਕਰਨ ਦੇ ਲਈ। ਤੇ ਹੁਣ ਉਹ ਉਹਨੂੰ ਲਾਹਨਤਾਂ ਪਾਉਂਦੀ ਹੈ, ਉਹ ਬੇਝਿਜਕ ਹੋ ਕੇ ਉਹ ਵੀ ਕਹਿੰਦੀ ਕਿ ਤੁਸੀਂ ਬਹੁਤ ਗਲਤ ਕੀਤਾ। ਵਜ਼ੀਰ ਖਾਨ ਨੂੰ ਕਹਿੰਦਾ ਮੈਂ ਸਜ਼ਾ ਤਾਂ ਦੇ ਨਹੀਂ ਸਕਦਾ, ਇਸ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਇਹ ਸਭ ਜ਼ੁਲਮ ਉਸਦੀ ਨਿਗਰਾਨੀ ਹੇਠ ਹੁੰਦੇ ਰਹਿਣ ਤੇ ਉਹ ਉਸਦੇ ਇਸ਼ਾਰਿਆਂ ਤੇ ਕਰਦਾ ਰਹੇ। ਇਸ ਪਾਪ ਕਰਕੇ ਰੱਬ ਮੈਨੂੰ ਕਦੀ ਮਾਫ ਨਹੀਂ ਕਰ ਦੇਗਾ। ਉਹ ਕਹਿੰਦੀ ਹੈ, ਆਪਣੇ ਆਪ 'ਚ ਗਲਤੀ ਦਾ ਅਹਿਸਾਸ ਕਰਦਾ ਹੈ। ਅੱਗੋਂ ਜ਼ਿੰਨਤ ਕੀ ਕਹਿੰਦੀ ਹੈ, ਪਿਤਾ ਜੀ ਤੁਸੀਂ ਰੱਬ ਨੂੰ ਪਛਾਣਿਆ ਹੀ ਨਹੀਂ, ਤੁਸੀਂ ਰੱਬ ਨੂੰ ਯਾਦ ਤਾਂ ਕੀਤਾ ਪਰ ਰੱਬ ਨੂੰ ਪਿਆਰ ਨਹੀਂ ਕੀਤਾ। ਰੱਬ ਨੂੰ ਪਿਆਰ ਕਰਨਾ ਮੀਨਸ ਰੱਬ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਨਾ ਹੈ, ਰੱਬ ਦੇ ਬਣਾਏ ਇਨਸਾਨਾਂ ਨੂੰ ਪਿਆਰ ਕਰਨਾ ਹੈ, ਕਿਉਂਕਿ ਇਹ ਸਾਰੇ ਪਰਮਾਤਮਾ ਦੀ ਇੱਕ ਜੋਤ ਤੋਂ ਪੈਦਾ ਹੋਏ ਨੇ। ਇਸ ਕਰਕੇ ਇਹ ਸੁਣ ਕੇ ਔਰੰਗਜ਼ੇਬ ਸਮਝਦਾ ਕਿ ਵਾਕਈ ਹੀ ਉਸ ਨੂੰ ਲੋਕ ਬਿਲਕੁਲ ਵੀ ਚੰਗਾ ਇਨਸਾਨ ਨਹੀਂ ਸਮਝਣਗੇ। ਉਹ ਅੱਜ ਸਾਰੀਆਂ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਹੈ। ਉਹ ਦੁਨੀਆ ਤੋਂ ਗੁਨਾਹਾਂ ਦੇ ਭਾਰ ਨਾਲ ਲੱਦਿਆ ਹੋਇਆ ਜਾ ਰਿਹਾ ਹੈ। ਅਜਿਹਾ ਕਰਕੇ ਇਹ ਇਕਾਂਗੀ ਇੱਥੇ ਖਤਮ ਹੋ ਜਾਂਦਾ ਹੈ। ਪਰ ਕਹਿੰਦੇ ਨੇ ਕਿ ਇਸ ਤੋਂ ਬਾਅਦ ਜਿਹੜਾ ਔਰੰਗਜ਼ੇਬ ਸੀ ਇਸੇ ਹੀ ਬੋਝ ਹੇਠ ਮਾਰਿਆ ਹੋਇਆ ਇਸ ਦੁਨੀਆ ਤੋਂ ਰੁਖਸਤ ਹੋ ਗਿਆ, ਵਿਦਾ ਹੋ ਗਿਆ ਸੀ। ਉਸ ਵਿੱਚ ਉਹ ਆਪਣੀ ਬੇਟੀ ਨੂੰ ਐਂਡ ਤੇ ਪੁਕਾਰਦਾ ਹੈ ਕਿ ਮੇਰੀ ਮਦਦ ਕੀਤੀ ਜਾਵੇ, ਤੂੰ ਹੀ ਮੇਰਾ ਸਹਾਰਾ ਹੈ, ਇਸ ਦੁੱਖ ਵਿੱਚੋਂ ਬਾਹਰ ਕੱਢਣ ਦੇ ਲਈ ਹੋਰ ਕੋਈ ਨਹੀਂ ਹੈ। ਇੱਥੇ ਇਕਾਂਗੀ ਕੰਪਲੀਟ ਹੁੰਦਾ ਹੈ ਕਿ ਔਰੰਗਜ਼ੇਬ ਨੇ ਆਪਣੀ ਸਲਤਨਤ ਦੇ ਸਮੇਂ ਬਹੁਤ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਕਸ਼ਟ ਦਿੱਤੇ, ਨੁਕਸਾਨ ਕੀਤੇ ਔਰ ਹਮੇਸ਼ਾ ਅੜਬੀ ਸੁਭਾਅ ਰਿਹਾ, ਗੁੱਸੇ ਵਾਲਾ ਸੁਭਾਅ ਰਿਹਾ, ਜਿਸ ਕਰਕੇ ਉਸ ਨੂੰ ਅੰਤ ਵਿੱਚ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਤੇ ਉਹ ਪਛਤਾਵਾ ਕਰਦਾ ਹੈ। ਪਰ ਇਸ ਪਛਤਾਵੇ ਦੇ ਵਿੱਚ ਹੀ ਔਰ ਇਸ ਬੋਝ ਨੂੰ ਲੈ ਕੇ ਉਹ ਇਸ ਦੁਨੀਆ ਤੋਂ ਚਲੇ ਜਾਂਦਾ ਹੈ। ਹੁਣ ਆਪਾਂ ਬੈਕ ਐਕਸਰਸਾਈਜ਼ ਅੱਜ ਕੁਐਸਚਨਸ ਕਰ ਲਈਏ ਔਰ ਕੱਲ ਦੀ ਕਲਾਸ 'ਚ ਆਪਾਂ ਬੇਟੇ ਕਰੈਕਟਰ ਸਕੈਚ ਕਰਾਂਗੇ। 1 ਮਾਰਕ ਕੁਐਸਚਨਸ ਮੈਂ ਤੁਹਾਨੂੰ ਇੱਕ ਵਾਰੀ ਅਸਾਈਨਮੈਂਟ ਭੇਜਾਂਗੀ ਤੇ ਕੱਲ ਦੀ ਕਲਾਸ 'ਚ ਉਹਨਾਂ ਦੇ ਆਨਸਰ ਡਿਸਕਸ ਕਰਾਂਗੇ। ਬੈਕ ਐਕਸਰਸਾਈਜ਼ ਕੁਐਸਚਨ ਹੈ ਫਸਟ, ਨਹੀਂ ਤੂੰ ਭੁਲੇਖੇ ਵਿੱਚ ਰਿਹਾ ਹੈ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਨੇ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਦੇ ਤੇਰੀ ਸਾਰੇ ਹੀ ਤੇਰੀ ਹੁਕੂਮਤ ਤੋਂ ਦੁਖੀਆਂ ਨੇ। ਪਹਿਲੀ ਵਾਰਤਾਲਾਪ ਦੇ ਅਕੋਰਡਿੰਗ ਕੁਐਸਚਨ ਦੇਖੋ, ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਨੇ? ਕੌਣ ਦੱਸੇਗਾ ਆਨਸਰ? ਯੈਸ ਬੇਟੇ, ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਨੇ? ਪਲੀਜ਼ ਰੇਜ਼ ਯੂਰ ਹੈਂਡਸ। ਯੈਸ ਬੇਟੇ, ਕੌਣ ਦੱਸੇਗਾ ਆਨਸਰ? ਟਰਾਈ ਕਰੋ ਬੱਚੇ, ਲੈਸਨ ਪੜ੍ਹਿਆ ਆਪਾਂ, ਇਕਾਂਗੀ ਸੁਣਿਆ ਧਿਆਨ ਨਾਲ। ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ? ਯੈਸ ਯੈਸ ਬੇਟੇ, ਤਾਨੀਆ। ਯੈਸ ਬੇਟੇ, ਤਾਨੀਆ। ਵੈਰੀ ਗੁੱਡ। ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ, ਕਿਹਦੇ ਵਾਂਗ?
ਅਕਬਰ ਵਾਂਗ, ਅਸ਼ੋਕ ਦੇ ਰਾਜ ਵਾਂਗ ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜੇ ਰਾਜ ਕਰਦੇ ਨੇ, ਸ਼ਹਿਨशाह ਰਾਜ ਕਰਦੇ ਨੇ, ਉਹਨਾਂ ਦੀਆਂ ਨੀਹਾਂ, ਉਹਨਾਂ ਦੇ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਕਲੀਅਰ ਹੈ ਬੇਟੇ। ਨੈਕਸਟ ਕੁਐਸਚਨ ਇਹਦੇ ਅਕੋਰਡਿੰਗ ਹੈ, ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ? ਸੇਮ, ਇਹ ਤਾਂ ਆਨਸਰ ਰਿਪੀਟ ਹੋ ਗਿਆ। ਉਹਨਾਂ ਨੇ ਕਿਵੇਂ ਪੱਕੀਆਂ ਕੀਤੀਆਂ ਬੇਟੇ ਆਪਣੇ ਰਾਜ ਦੀਆਂ ਨੀਹਾਂ? ਲੋਕਾਂ ਦੇ ਦਿਲਾਂ ਤੇ ਰਾਜ ਕਰਕੇ, ਲੋਕਾਂ ਦੇ ਦਿਲਾਂ ਨੂੰ ਜਿੱਤ ਕੇ। ਅਗਲਾ ਕੁਐਸਚਨ ਹੈ, ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਕਿਹੜੇ ਲੋਕਾਂ ਦਾ ਜ਼ਿਕਰ ਆਇਆ? ਇਸੇ ਵਾਰਤਾਲਾਪ ਵਿੱਚ ਜ਼ਿਕਰ ਆਇਆ, ਉਹ ਕੱਲ ਦੀ ਕਲਾਸ 'ਚ ਵੀ ਪੜਿਆ ਸੀ। ਕਿਹੜੇ ਕਿਹੜੇ ਲੋਕਾਂ ਦਾ? ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ, ਸਾਰੇ ਲੋਕ ਹੀ ਸ਼ਹਿਨशाह ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸਨ। ਨੈਕਸਟ ਸੈਕਿੰਡ ਵਾਰਤਾਲਾਪ, ਧਿਆਨ ਨਾਲ ਸੁਣੋ। ਮੇਰਾ ਵੀ ਇਹੋ ਖਿਆਲ ਹੈ, ਖਾਸ ਕਾਸਦ ਨੂੰ ਭੇਜ ਕੇ, ਹੁਣ ਇੱਥੇ ਕਾਸਦ ਦਾ ਮੀਨਿੰਗ ਨੋਟ ਕਰ ਲਓ, ਇਹ 1 ਮਾਰਕ ਕੁਐਸਚਨ ਹੈ। ਸੁਨੇਹਾ ਪਹੁੰਚਾਉਣ ਵਾਲਾ। ਜਦੋਂ ਤੁਸੀਂ ਪੂਰਾ ਇਕਾਂਗੀ ਆਪ ਪੜ੍ਹੋਗੇ ਨਾ, ਉਹਦੇ ਵਿੱਚ ਉਰਦੂ ਫਾਰਸੀ ਦੇ ਬਹੁਤ ਸਾਰੇ ਸ਼ਬਦ ਆਣੇ ਨੇ। ਮੈਂ ਸਾਰੇ ਸ਼ਬਦਾਂ ਦੇ ਮੀਨਿੰਗ ਲਿਖ ਕੇ ਤੁਹਾਨੂੰ ਭੇਜਾਂਗੀ, ਉਹ ਮੀਨਿੰਗ ਸਮਝ ਲੈਣਾ, ਕਿਉਂਕਿ ਇਹ ਇਕਾਂਗੀ ਜਿਹੜਾ ਹੈ ਜ਼ਫਰਨਾਮਾ, ਉਰਦੂ ਫਾਰਸੀ ਭਾਸ਼ਾ ਦੇ ਸ਼ਬਦਾਵਲੀ ਦੇ ਨਾਲ ਹੀ ਜ਼ਿਆਦਾ ਲੇਖਕ ਨੇ ਸ਼ਬਦਾਵਲੀ ਉਰਦੂ ਫਾਰਸੀ ਵਾਲੀ ਵਰਤ ਕੇ ਇਸ ਇਕਾਂਗੀ ਨੂੰ ਰਚਿਆ ਹੈ। ਕਿਉਂਕਿ ਜ਼ਫਰਨਾਮਾ ਮੀਨਸ ਔਰੰਗਜ਼ੇਬ ਨੂੰ ਲਿਖਿਆ ਹੋਇਆ ਖਤ, ਤੇ ਗੁਰੂ ਗੋਬਿੰਦ ਸਿੰਘ ਜੀ ਅਰਬੀ, ਫਾਰਸੀ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ ਦੇ ਵਿਦਵਾਨ ਰਹੇ ਨੇ, ਇਸ ਕਰਕੇ ਉਹਨਾਂ ਨੇ ਇਹ ਭਾਸ਼ਾ ਦੀ ਵਰਤੋਂ ਕੀਤੀ ਹੈ। ਖਾਸ ਕਾਸਦ ਨੂੰ ਭੇਜ ਕੇ, ਕਾਸਦ ਮੀਨ ਸੁਨੇਹਾ ਪਹੁੰਚਾਉਣ ਵਾਲਾ, ਗੁਰੂ ਜੀ ਨੂੰ ਸੁਲਹ ਸਫਾਈ ਲਈ ਇੱਥੇ ਬੁਲਾਉਂਦਾ ਹਾਂ, ਉਹਨਾਂ ਦੀ ਹਿਫਾਜ਼ਤ ਦਾ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ। ਖਾਤਰ ਖਵਾ ਇੰਤਜ਼ਾਮ ਮੀਨਸ ਉਹਨਾਂ ਦੀ ਖੂਬ ਸੇਵਾ ਕੀਤੀ ਜਾਏਗੀ, ਖਾਤਰਦਾਰੀ ਕੀਤੀ ਜਾਏਗੀ, ਪ੍ਰਾਹੁਣਾਚਾਰੀ ਕੀਤੀ ਜਾਏਗੀ। ਜਾਓ ਮੀਰ ਮੁਨਸ਼ੀ ਔਰ ਦਿਆਲ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ। ਆਪਾਂ ਹੁਣੇ ਲਾਸਟ 2 ਪੇਜਿਸ 'ਚ ਪੜ੍ਹਿਆ ਕਿ ਜਦੋਂ ਅਸਤ ਖਾਨ ਗੁਰੂ ਜੀ ਨੂੰ ਕਹਿੰਦਾ ਕਿ ਸੁਲ੍ਹਾ ਕਰ ਲੈਣੀ ਚਾਹੀਦੀ ਹੈ, ਸਲਾਹ ਕੀਤੀ ਹੈ, ਔਰੰਗਜ਼ੇਬ ਨੂੰ ਸਲਾਹ ਦਿੱਤੀ ਅਸਤ ਖਾਨ ਨੇ, ਨੇਕ ਸਲਾਹ ਦਿੱਤੀ ਹੈ ਕਿ ਸੁਲ੍ਹਾ ਸਫਾਈ ਕਰਕੇ ਤੇ ਆਪਾਂ ਮਾਫੀ ਮੰਗ ਲੈਂਦੇ ਹਾਂ, ਸੁਲ੍ਹਾ ਸਫਾਈ ਹੋ ਜਾਏਗੀ। ਤਾਂ ਇਸ ਤੇ ਔਰੰਗਜ਼ੇਬ ਮੰਨ ਜਾਂਦਾ ਹੈ। ਫਸਟ ਕੁਐਸਚਨ ਹੈ, ਸ਼ਬਦ ਕੌਣ ਕਿਸ ਨੂੰ ਆਖਦਾ ਹੈ? ਇਹ ਸ਼ਬਦ ਔਰੰਗਜ਼ੇਬ ਆਪਣੇ ਅਹਿਲਕਾਰ, ਆਲਾ ਅਹਿਲਕਾਰ ਅਸਤ ਖਾਨ ਨੂੰ ਆਖਦਾ ਹੈ। ਔਰੰਗਜ਼ੇਬ ਕਾਸਤ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਕਾਸਤ, ਕਾਸਤ ਤੋਂ ਭਾਵ ਕੀ ਹੈ? ਸੁਨੇਹਾ ਪਹੁੰਚਾਉਣ ਵਾਲਾ। ਕੀ ਕਹਿ ਕੇ ਕਹਿੰਦਾ? ਉਹਦੇ ਹੱਥ ਆਪਾਂ ਸੁਨੇਹਾ ਭੇਜਾਂਗੇ, ਕਿਹਨੂੰ ਬੁਲਾਵਾਂਗੇ? ਗੁਰੂ ਸਾਹਿਬਾਨ ਨੂੰ ਬੁਲਾਵਾਂਗੇ, ਸਲਾਹ ਨਾਲ ਇੱਥੇ ਉਹਨਾਂ ਨੂੰ ਬੁਲਾਇਆ ਜਾਵੇਗਾ। ਇਹ ਅਸਤ ਖਾਨ ਨੇ ਕਿਹਾ ਕਿ ਕਾਸਦ ਦੇ ਹੱਥ ਸੁਨੇਹਾ ਭੇਜਿਆ ਜਾਂਦਾ ਹੈ। ਦਰਬਾਰੇ ਖਾਸ ਵਿੱਚ ਕਿਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ? ਇਹ ਆਪਾਂ ਪੜ੍ਹਿਆ ਹੀ ਹੈ ਹੁਣੇ, ਮੀਰ ਮੁਨਸ਼ੀ ਤੇ ਭਾਈ ਦਇਆ ਸਿੰਘ ਜੀ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਥਰਡ ਵਾਰਤਾਲਾਪ, ਧਿਆਨ ਨਾਲ ਸੁਣੋ। ਬੇਸ਼ੱਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਇਹ ਔਰੰਗਜ਼ੇਬ ਕਿਹਨੂੰ ਦੱਸ ਰਿਹਾ? ਅਸਤ ਖਾਨ ਨੂੰ। ਜਦੋਂ ਜ਼ਫਰਨਾਮਾ ਪੜ੍ਹ ਕੇ ਸੁਣਾ ਰਿਹਾ ਕਿ ਇਹਦੇ ਵਿੱਚ ਲਿਖਿਆ, ਮਗਰ ਉਹ ਮੁਲਕੀ ਮਾਮਲਾ ਸੀ, ਕਿਉਂਕਿ ਕੱਟੜ ਧਾਰਮਿਕ ਪੰਥੀ ਵੀ ਹੋਇਆ, ਇਸਲਾਮ ਧਰਮ ਨੂੰ ਮੰਨਣ ਵਾਲਾ ਹੋਇਆ ਨਾ, ਤੇ ਇਹਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ, ਪਰ ਗੁਰੂ ਤੇਗ ਬਹਾਦਰ ਜੀ ਨੇ ਨਹੀਂ ਸੀ ਕਬੂਲ ਕੀਤਾ। ਤਾਂ ਉਹਨਾਂ ਦੇ ਪਿਆਰੇ 5 ਪਿਆਰੇ ਸਿੰਘ ਪਹਿਲਾਂ ਸ਼ਹੀਦ ਕੀਤੇ ਗਏ ਸਨ, ਫਿਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਟਵਾ ਦਿੱਤਾ ਗਿਆ ਸੀ ਦਿੱਲੀ ਦੇ ਚਾਂਦਨੀ ਚੌਂਕ ਵਿਖੇ। ਪਰ ਵਜ਼ੀਰ ਖਾਨ ਨੇ ਤਾਂ ਕਹਿੰਦਾ ਮੰਨਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਕਾਤਲ ਦਾ ਵੀ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦਾ, ਪਰ ਵਜ਼ੀਰ ਖਾਨ ਜੋ ਕਿ ਸਰਹੰਦ ਦਾ ਨਵਾਬ ਹੋਇਆ, ਉਹਨੇ ਤਾਂ ਮੇਰਾ ਨਾਮ ਬਦਨਾਮ ਕੀਤਾ, ਮੇਰੇ ਇਸਲਾਮ ਦੀ ਤੋਹੀਨ ਕੀਤੀ ਹੈ। ਇਸਲਾਮ ਨੂੰ ਧਰਮ ਮੰਨਣ ਵਾਲਾ, ਤੋਹੀਨ ਮੀਨਸ ਬੜੀ ਬੇਇੱਜ਼ਤੀ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ? ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਔਰੰਗਜ਼ੇਬ ਕਿਹਨੂੰ ਕਹਿੰਦਾ ਹੈ? ਅਸਤ ਖਾਨ ਨੂੰ, ਆਪਣੇ ਆਲਾਕਾਰ ਨੂੰ। ਕਹਿੰਦਾ ਜਿਹੜਾ ਜ਼ਫਰਨਾਮਾ ਲਿਖਿਆ ਇਹਦੇ 'ਚ ਸਾਫ਼ ਲਿਖਿਆ ਕਿ ਵਜ਼ੀਰ ਖਾਨ ਨੇ ਦੇਖੋ ਛੋਟੀਆਂ ਛੋਟੀਆਂ ਜ਼ਿੰਦਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ, ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਔਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਮਜਬੂਰ ਕਰ ਦਿੱਤਾ। ਔਰ ਵਰਤਿਆ ਕਿਹਨੂੰ? ਝੂਠੀਆਂ ਕਸਮਾਂ ਕਿਹਦੀਆਂ ਖਾਧੀਆਂ? ਔਰੰਗਜ਼ੇਬ ਦੀਆਂ। ਇਹ ਕਿਹਨੂੰ ਦੱਸਿਆ ਜਾ ਰਿਹਾ? ਅਸਤ ਖਾਨ ਨੂੰ। ਸੈਕਿੰਡ ਕੁਐਸਚਨ, ਇਹਨਾਂ 17 ਵਿਚਲੇ ਸ਼ਬਦ ਉਸਦੇ ਬਾਪ ਕਿਸ ਸ਼ਖਸੀਅਤ ਵੱਲ ਇਸ਼ਾਰਾ ਕਰਦੇ ਹਨ? ਉਸਦੇ ਬਾਪ ਮੀਨਸ ਪਿਤਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਕਰਦੇ ਹਨ। ਇਹ ਸ਼ਬਦ ਕਿਹਦੇ ਵੱਲ ਇਸ਼ਾਰਾ ਕਰਦੇ ਨੇ? ਗੁਰੂ ਸਾਹਿਬ ਦੇ ਪਿਤਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਕਰਦੇ ਹਨ। ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਮ ਕਿਵੇਂ ਬਦਨਾਮ ਕੀਤਾ? ਔਰੰਗਜ਼ੇਬ
ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਅਨੰਦਪੁਰ ਦਾ ਕਿਲਾ ਛੱਡਣ ਲਈ ਮਜਬੂਰ ਕਰ ਦਿੱਤਾ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਹ ਤਾਂ ਸੀ ਬੇਟੇ ਬੈਕ ਐਕਸਰਸਾਈਜ਼ ਕੁਐਸਚਨ। ਹੁਣ ਬੈਕ ਐਕਸਰਸਾਈਜ਼ ਤੇ ਲਾਸਟ ਤੇ ਕੁਐਸਚਨ ਹੈ, ਹੇਠ ਲਿਖੇ ਪਾਤਰਾਂ ਦਾ ਚਿੱਤਰ ਚਿੱਤਰਣ ਕਰੋ। ਚਰਿੱਤਰ ਚਿੱਤਰਣ, ਪਾਤਰ ਚਿੱਤਰਣ, ਕਰੈਕਟਰ ਸਕੈਚ, ਜਿਹਦੇ ਵਿੱਚ ਔਰੰਗਜ਼ੇਬ, ਉਸ ਤੋਂ ਬਾਅਦ ਹੈ ਬੇਗਮ ਉਦੈਪੁਰੀ, ਨੈਕਸਟ ਵਨ ਇਜ਼ ਜ਼ੀਨਤ ਉਨਿਸਾ, ਔਰ ਸਹਾਇਕ ਪਾਤਰ ਹੋਰ ਕਿਹੜੇ ਹੋਏ ਨੇ ਬੱਚੇ, ਕਿਹੜੇ ਕਿਹੜੇ ਨੇ, ਅਸਤ ਖਾਨ ਤੇ ਅਸਤ ਖਾਨ ਤੋਂ ਬਾਅਦ ਹੈ ਸ਼ਾਹੀ ਹਕੀਮ। ਇਹਨਾਂ ਬਾਰੇ ਆਪਾਂ ਕੱਲ ਕਰੈਕਟਰ ਸਕੈਚ ਕਰਾਂਗੇ, ਪਾਤਰਸਾਰੀ ਕਰਾਂਗੇ। ਹੁਣ ਆਪਾਂ 1 ਮਾਰਕ ਕੁਐਸਚਨ ਥੋੜੇ ਜਿਹੇ ਡਿਸਕਸ ਕਰਦੇ ਹਾਂ। 1 ਮਾਰਕ ਕੁਐਸਚਨਸ ਬੱਚੇ ਧਿਆਨ ਨਾਲ ਦੇਖੋ। फर्स्ट है जफरनामा एकांगी, किसका लिखा हुआ है? कौन बोलेगा आंसर? किसका लिखा बेटे? यस बच्चे, किसका लिखा एकांगी है? बिसम प्रिंसी। यस बेटे प्रिंसी। यस डॉक्टर हरचरण सिंह। जफरनामा की है। चलो नेक्स्ट क्वेश्चन, जफरनामा की है। यस बच्चे, जफरनामा की है सक्षम ग्रोवर। यस बच्चे, वेरी गुड। जफरनामा वो खत है, वो पत्र है जो कि गुरु गोबिंद सिंह जी वालों किसनों लिखा गया? औरंगजेब नूं। ये जफरनामा किसके हथ भेजा गया? नेक्स्ट क्वेश्चन, नेक्स्ट क्वेश्चन बेटे, ये जफरनामा गुरु जी ने किसके हथ औरंगजेब नूं भेजिया सी? किसके हथ भेजिया सी बेटे? कौन बोलेगा आंसर? यस भाई दया सिंह जी दे राही ये जफरनामा औरंगजेब नूं भेजिया गया सी। ये जफरनामे विच की लिखिया गया सी बेटे? की लिखिया गया सी? बेझिझक होके गुरु गोबिंद सिंह जी वालों औरंगजेब नूं उसके किते कारनामियां, उसदियां गलतियां, उसते गुनाहां ते लानतां पाईयां गईयां सन। नेक्स्ट क्वेश्चन है, औरंगजेब दी पत्नी का की नाम है? बेगम उदयपुरी। बेगम उदयपुरी कौन है? एक इटालियन, इतालवी। बेटी का की नाम है? जीनत उन्निसा। जीनत उन्निसा। कौन औरंगजेब नूं एकांगी दे शुरू विच परेशान करती है? आवाज परेशान करती है। आवाज मुगल तख्तो ताज लई किसदे विचकार जंग शुरू हुई जापदी है? आवाज दे राही औरंगजेब दे पुत्रां दे विचकार खाना जंगी हो रही है। ये भी आवाज है जिहड़ी औरंगजेब नूं परेशान करती है। बाकी बेटे आपां कल दी क्लास च करांगे और कल आपां पातुरसारी करांगे। एक बारी तुसीं फेर एकांगी दी रीडिंग अच्छी तरह कर लेनी है बेटे। मैं 1 मार्क क्वेश्चन दी असाइनमेंट भेजांगी, वो तुसीं सॉल्व करनी है। ठीक है बच्चे?